कि गैंगवार पिछे है नशिਆਂ ਦਾ ਕਾਰੋਬਾਰ। ਸਾਬਕਾ ਪੁਲਿਸ ਅਧਿਕਾਰੀ ਨੇ ਦੱਸੀਆਂ ਅੰਦਰਲੀਆਂ ਗੱਲਾਂ। ਗੈਂਗਸਟਰਾਂ ਨੂੰ ਪੁਨਰ ਵਸੇਬੇ ਦਾ ਵੀ ਮਿਲੇ ਮੌਕਾ। ਬਲਵਿੰਦਰ ਸਿੰਘ ਸੇਖੋਂ ਸਾਬਕਾ ਡੀਐਸਪੀ ਨੇ ਕਿਹਾ ਕਿ ਨੌਜਵਾਨਾਂ ਦੇ ਐਨਕਾਊਂਟਰ ਨਹੀਂ ਕੀਤੇ ਜਾਣਗੇ ਬਰਦਾਸ਼ਤ। ਕਰਨ ਤੋਂ ਬਾਅਦ ਮੇਨ ਮੁੱਦਾ ਜਿਹੜਾ ਇਹਦਾ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਉਹ ਇਹ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਨੌਜਵਾਨੀ ਜਿਹੜੀ ਹੈਗੀ ਹੈ ਉਹ ਪੁਲਿਸ ਨਾਮ ਦੇ ਟੂਲ ਤੋਂ ਇੱਕ ਵਾਰੀ ਫਿਰ ਕਤਲ ਕਰਾਉਣ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਹੈਗੇ। ਦਿਸ ਇਜ਼ ਦੀ ਮੇਨ ਟਾਰਗੇਟ ਜਿਹੜੀ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਉਹ ਹੈ। ਪਰ ਉਸ ਤੋਂ ਇਲਾਵਾ ਆਪਾਂ ਗੱਲ ਸ਼ੁਰੂ ਕਰਦੇ ਹਾਂ ਅਦਰਵਾਈਜ਼ ਜਨਰਲੀ ਜਿਹੜੀ ਪਿਛਲੇ 27 ਦਿਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਕੰਸਰਨ ਬਾਕੀ ਗੱਲਾਂ ਇਹਨਾਂ ਨੇ ਦੱਸ ਦਿੱਤੀਆਂ। ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਹੋਰ ਮੈਂ ਉਹਦੇ ਵਿੱਚ ਮੈਂਸ਼ਨ ਕਰ ਦਿੰਦਾ ਕਿ ਜਨਰਲ ਐਡਮਿਨਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਉਹੀ ਤੁਹਾਡੀ ਜਿਹੜੀ ਸਭ ਤੋਂ ਵੱਡਾ ਇੱਕ ਸੁਨੇਹਾ ਹੁੰਦਾ ਹੈ। ਪਹਿਲੇ ਮਹੀਨੇ ਤੋਂ ਜੋ ਸਟਾਰਟ ਹੋਇਆ ਉਹਦੇ 'ਚ ਇੱਕ ਮੈਂਸ਼ਨ ਕਰਨਾ ਭੁੱਲ ਗਏ ਸੀ ਜਿਹੜਾ ਗੁਜਰਾਤ ਜਾ ਕੇ ਚਰਖਾ ਕੱਤਿਆ ਗਿਆ, ਉਸ ਗੱਲ ਨੂੰ ਬਹੁਤ ਲਾਈਟਲੀ ਲੈ ਰਹੇ। ਇੱਕ ਭਗਤ ਸਿੰਘ, ਮੈਂ ਹਾਲਾਂਕਿ ਇਹਨਾਂ ਚੀਜ਼ਾਂ ਦੇ ਵਿੱਚ ਡਿਫਰੈਂਟ ਵਿਚਾਰ ਰੱਖਦਾ, ਪਰ ਆਈਡੀਓਲੋਜੀ ਜਾਂ ਜੋ ਜਿਹੜੇ ਭਗਤ ਸਿੰਘ ਜਿਹੜੇ ਹੈਗੇ ਆ ਸ਼ਹੀਦ ਜਿਹੜੇ ਹੈਗੇ ਆ ਨੋਨ ਕੰਟਰੋਵਰਸ਼ੀਅਲ ਸ਼ਹੀਦ ਹੈ ਅਤੇ ਉਸ ਦਾ ਕੋਈ ਮੁਕਾਬਲਾ ਜਿਹੜਾ ਹੈਗਾ ਕਿਸੇ ਨਾਲ ਕਰਨਾ ਜਿਹੜਾ ਹੈਗਾ ਉਹ ਪੋਸੀਬਲ ਹੀ ਨਹੀਂ ਹੈਗਾ। ਤਾਂ ਉਹ ਹੀ ਲੋਕ ਉਸੇ ਹੀ ਹੁਲੀਏ ਦੇ ਵਿੱਚ ਜਾ ਕੇ ਜੇਕਰ ਦੂਜੀਆਂ ਸਟੇਟਾਂ ਦੇ ਵਿੱਚ ਆਪਣੇ ਪੋਲੀਟੀਕਲ ਮੋਟਿਵਾਂ ਪਿੱਛੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਆ ਤਾਂ ਇਹਦੇ ਨਤੀਜੇ ਇਹਨਾਂ ਵਾਸਤੇ ਦੂਰਗਾਮੀ ਤੌਰ 'ਤੇ ਚੰਗੇ ਨਹੀਂ ਹੋਣਗੇ। ਉਹ ਇੱਕ ਬਹੁਤ ਵੱਡੀ ਗਲਤੀ ਇਹਨਾਂ ਨੇ ਕੀਤੀ ਹੈ ਜਿਹਦਾ ਜਵਾਬ ਵਾਰ-ਵਾਰ ਮੰਗੇ ਜਾਣਗੇ। ਪਰਮਾਰ ਸਾਹਿਬ ਨੇ ਕੁਛ ਆਪਣਾ ਤਜਰਬੇ ਨਾਲ ਥਾਣਿਆਂ ਦੀ ਗੱਲ ਕੀਤੀ, ਥਾਣੇ ਦਾ ਸਿਸਟਮ ਦੱਸਿਆ ਵੀ ਜਿਹੜਾ ਉੱਪਰਲੀਆਂ ਫੋਰਸਿਸ ਬੈਠ ਜਾਂਦੀਆਂ ਤਾਂ ਜਿਹੜੇ ਲੋਕਲ ਲੈਵਲ 'ਤੇ ਅਸਲੀ ਕੰਮ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਨੂੰ ਹਰਡਲਸ ਕ੍ਰੀਏਟ ਹੋ ਜਾਂਦੇ ਆ। ਪਰ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ 2009 ਤੋਂ ਪੁਲਿਸ ਨਾਮ ਦੀ ਸੰਸਥਾ ਜਿਹੜੀ ਹੈਗੀ ਹੈ ਇਸ ਸਟੇਟ ਵਿੱਚ ਬਿਲਕੁਲ ਡੈਡ ਸਟੇਟ ਵਿੱਚ ਕੰਮ ਕਰ ਰਹੀ ਹੈ। ਉਹਦੀ ਕੋਈ ਆਪਣੀ ਜਾਤੀ ਹੋਂਦ ਨਹੀਂ ਹੈਗੀ, ਉਹਦਾ ਕੋਈ ਜਿੰਦਾ ਹੋਣ ਦਾ ਕੋਈ ਉਹਨਾਂ ਦੇ ਵਿੱਚ ਕੋਈ ਉਹ ਨਹੀਂ ਹੈਗਾ ਜਿਸ 'ਚ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਫੋਰਸ ਦੇ ਵਿੱਚ ਇੱਕ ਯੂਨੀਫਾਰਮ ਜੋਬ ਹੈ। ਅਸੀਂ ਖੁਦ ਉਹਦਾ ਮੈਂ ਪਾੜ ਰਿਹਾ ਦੇਖਿਆ, ਹਰ ਚੀਜ਼ ਨੂੰ ਮੈਂ ਕਬੂਲ ਵੀ ਕਰਦਾ ਹੁੰਦਾ। ਇਹੀ ਪ੍ਰੋਬਲਮ ਹੈਗੀ ਹੈ ਹੁਣ ਵਾਲੇ ਲੋਕਾਂ ਜਿਹੜੇ ਵੀ ਜੋਬ ਕਰ ਰਹੇ ਹੈ ਜਾਂ ਪੈਨਸ਼ਨਾਂ ਲੈ ਕੇ ਬੈਠੇ ਹੈ ਸੀਨੀਅਰ ਅਫੀਸਰ, ਕਿਉਂਕਿ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈਗਾ ਕਿ ਇਹਦੇ ਵਿੱਚ ਹੈਗਾ ਕੀ ਸੀਗਾ। ਕਿਉਂ ਅਸੀਂ ਏਡੀਆਂ ਵੱਡੀਆਂ ਗੁਲਾਮੀਆਂ ਦੇ ਚੱਕਰ ਵਿੱਚ ਪੈ ਕੇ ਸਿਰਫ ਆਪਣੀ ਕੁਰਸੀ ਬਚਾਉਣ ਦੀ ਖਾਤਰ, ਆਪਣਾ ਸਮਾਂ ਕੱਢਣ ਦੀ ਖਾਤਰ ਕਿੱਡੇ ਵੱਡੇ ਸਮਝੌਤੇ ਕਰਦੇ ਰਹੇ ਹਾਂ। ਪੋਲੀਟੀਸ਼ੀਅਨ ਜਿਹੜਾ ਹੈਗਾ ਬੇਸਿਕਲੀ ਹਰ ਚੀਜ਼ 'ਤੇ ਹਾਵੀ ਦਿਖਾਈ ਦਿੰਦਾ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪੋਲੀਟੀਸ਼ੀਅਨ ਜਿਹੜਾ ਹੈਗਾ ਉਹ ਬਹੁਤ ਥੋੜ੍ਹੇ ਹਿੱਸੇ ਦਾ ਜ਼ਿੰਮੇਵਾਰ ਹੈ। ਇਸ ਸਾਰੇ ਤਾਣੇ ਬਾਣੇ ਦਾ ਸਭ ਤੋਂ ਵੱਡਾ ਬੈਨੀਫੀਸ਼ਰੀ ਬਿਊਰੋਕਰੇਟ ਹੈ ਜਿਹੜਾ ਕਿ ਕਿਤੇ ਦਿਖਾਈ ਨਹੀਂ ਦਿੰਦਾ। ਹਰ ਜਗ੍ਹਾ 'ਤੇ ਆ ਕੇ ਪੋਲੀਟੀਸ਼ੀਅਨ ਨੂੰ ਮਾੜਾ ਕਿਹਾ ਜਾਂਦਾ, ਪੁਲਿਸ ਨੂੰ ਮਾੜਾ ਕਿਹਾ ਜਾਂਦਾ, ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਦਿਖਾਈਆਂ ਜਾਂਦੀਆਂ ਜਿਵੇਂ ਗੈਂਗਸਟਰ ਕਲਚਰ ਦੀ ਜੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਸਾਨੂੰ ਫੋਟੋ ਉਹ ਦਿਖਾਈ ਜਾਂਦੀ ਹੈ ਜਿਹੜੀ ਕਿ ਮਤਲਬ ਇਹ ਦਿਖਾਉਣਾ ਚਾਹੁੰਦੇ ਆ। ਛੋਟੀ ਜਿਹੀ ਉਦਾਹਰਨ ਹੈ ਕਿ ਜੇ ਕਿਸੇ ਫਾਈਲ ਨੂੰ ਕਲੀਅਰ ਕਰਾਉਣਾ ਹੈ ਅਤੇ ਉਹਦੇ 'ਤੇ ਜੇ 10 ਕਰੋੜ ਰੁਪਈਆ ਲੱਗਣਾ ਤਾਂ ਪਹਿਲਾਂ ਜਿਹੜਾ ਹੈਗਾ ਸੈਕਟਰੀ ਹੈ ਉਸ ਲੈਵਲ ਦਾ ਅਫਸਰ ਹੈ ਉਹ ਕਹਿੰਦਾ ਵੀ ਜਾ ਮੰਤਰੀ ਨੂੰ ਜਾ ਕੇ ਕਰੋੜ ਰੁਪਈਆ ਦਿਆ, ਬਾਕੀ ਮੈਂ ਦੇਖਦਾ, ਬਾਕੀ ਨਾ ਉਹਨੇ ਲੈਣਾ ਹੁੰਦਾ। ਇਹ ਰੇਸ਼ੋ ਹੈ ਕਰਪਸ਼ਨ ਦੀ ਪੰਜਾਬ ਦੇ ਵਿੱਚ ਸਾਰੇ ਪਾਰਟਸ ਦੇ ਵਿੱਚ ਜਿਹੜੀ ਕਿ ਕਿਸੇ ਦੇ ਅੱਜ ਤੱਕ ਇਸ ਚੀਜ਼ ਨੂੰ ਸਾਹਮਣੇ ਲਿਆਂਦਾ ਹੀ ਨਹੀਂ ਹੈਗਾ। ਤਾਂ ਮੇਨ ਕਰਪਟਰ ਜਿਹੜਾ ਹੈਗਾ ਸਾਡਾ ਬਿਊਰੋਕਰੇਟ ਹੈ, ਕਿਉਂਕਿ ਉਹਨੂੰ ਕਿਸੇ ਨੇ ਚੁਣਨਾ ਨਹੀਂ, ਉਹ ਬੈਠਾ ਹੈਗਾ, ਉਹ ਇੱਕ ਵਾਰੀ ਆ ਗਿਆ 30 ਸਾਲ 35 ਸਾਲ ਵਾਸਤੇ ਉਹ ਫੋਰ ਸ਼ੋਰ ਉਹਨੇ ਕਿਤੇ ਜਾਣਾ ਨਹੀਂ ਹੈਗਾ। ਤਾਂ ਪੋਲੀਟੀਸ਼ੀਅਨ ਜਿਹੜਾ ਜੋ ਕੁਰਸੀ 'ਤੇ ਬੈਠਦਾ ਤਾਂ ਉਹਦੀ ਲੱਤਾਂ ਖਿੱਚਣ ਵਾਸਤੇ ਪਿੱਛੇ ਪਹਿਲੇ ਆਲਰੇਡੀ ਲੋਕ ਤਿਆਰ ਬੈਠੇ ਹੁੰਦੇ ਅਤੇ ਉਹ 5 ਸਾਲ ਆਪਣੀ ਕੁਰਸੀ ਦਾ ਹੀ ਧਿਆਨ ਰੱਖਦਾ ਰਹਿੰਦਾ। ਤਾਂ ਜੋ ਥੋੜ੍ਹਾ ਬਹੁਤ ਮੈਂ ਕਹਿੰਦਾ ਹੁੰਦਾ ਜੇ 100% ਕੈਟਾਗਰੀਜ਼ ਕਰੀਏ ਤਾਂ 70-75% ਜਿਹੜਾ ਬੈਨੀਫਿਸ਼ਰੀ ਜਿਹੜਾ ਹੈਗਾ ਉਹ ਹੈਗਾ ਬਿਊਰੋਕਰੇਟ। 15-20% ਦੇ ਵਿੱਚ ਜਿਹੜਾ ਹੈਗਾ ਉਹ ਪੋਲੀਟੀਸ਼ੀਅਨ ਹੈ ਅਤੇ ਬਾਕੀ 5% ਦੇ ਵਿੱਚ ਸਾਰਾ ਹੀ ਸਿਸਟਮ ਜੋ ਥੱਲੇ ਦਾ ਦਾਣਾ ਬਣਾ ਜਿਹਨੂੰ ਕਿ ਮਾਰਨ ਵਾਸਤੇ ਰੱਖਿਆ ਹੋਇਆ ਹੈ। ਤਾਂ ਤੁਸੀਂ ਸੁਣਿਆ ਕਦੇ ਸੀਨੀਅਰ ਅਫਸਰ 'ਚ ਇਹ ਪ੍ਰੋਬਲਮ 'ਚ ਕ੍ਰੀਏਟ ਹੁੰਦਾ। ਹੁਣ ਵੀ ਇਸ ਸਰਕਾਰ ਨੇ ਕੀ ਕੀਤਾ, ਇੱਕ ਇੰਸਪੈਕਟਰ ਅਤੇ 8 ASI ਦੇ ਖਿਲਾਫ ਪਰਚਾ ਦਰਜ ਕਰਕੇ ਦੱਸ ਦਿੱਤਾ ਕਿ ਪੁਲਿਸ ਮਹਿਕਮੇ 'ਚੋਂ ਕਰਪਸ਼ਨ ਖਤਮ ਕਰ ਦਿੱਤੀ ਹੈ। ਕੋਈ ਤਹਿਸੀਲਦਾਰ ਫੜ ਲੈਣਗੇ, ਤਹਿਸੀਲਦਾਰ ਤਾਂ ਅਜੇ ਤੱਕ ਪਹੁੰਚੇ ਨਹੀਂ, ਪਟਵਾਰੀ, ਹੌਲਦਾਰ, ਇਸ ਲੈਵਲ ਦਾ ਕਰਪਸ਼ਨ। ਕੀ ਤੁਸੀਂ ਮੰਨ ਸਕਦੇ ਹੋ ਕਿ ਕਰਪਸ਼ਨ ਜਿਹੜੀ ਥੱਲੇ ਉੱਪਰ ਨੂੰ ਜਾਂਦੀ ਹੈ? ਜੇ ਉੱਪਰ ਬੰਦਾ ਠੀਕ ਬੈਠਾ ਹੈ ਤਾਂ ਕਰਪਸ਼ਨ ਥੱਲੇ ਕਿਵੇਂ ਆ ਸਕਦੀ ਹੈ? ਤਾਂ ਇਹ ਜਿਹੜਾ ਪਿਛਲੀਆਂ ਪਾਰਟੀਆਂ ਜਾਂ ਪਿਛਲੇ 20-25-30 ਸਾਲ 40 ਸਾਲ ਤੋਂ ਜੋ ਟ੍ਰੈਂਡ ਚੱਲਿਆ ਆ ਰਿਹਾ ਉਸ ਨੂੰ ਪੰਜਾਬ ਦੇ ਲੋਕਾਂ ਨੇ ਇਸ ਵਾਰ ਕੋਸ਼ਿਸ਼ ਕੀਤੀ ਹੈ। ਬੜੇ ਹੈਰਾਨੀਜਨਕ ਨਤੀਜੇ ਆਏ ਹੈ ਇਸ ਵਾਰ ਜਿਹੜੇ ਹੈਗੇ ਆ ਇਲੈਕਸ਼ਨ ਦੇ ਵਿੱਚ। ਕਿਸੇ ਨੂੰ ਵੀ ਉਮੀਦ ਨਹੀਂ ਸੀ, ਕੋਈ ਐਨਾਲਿਸਿਸ ਨਹੀਂ ਕਰਦਾ ਸੀ ਕਿ ਇਹ ਰਿਜ਼ਲਟ ਆਉਣਗੇ। ਉਹ ਇੱਕ ਬੜੇ ਸਾਰਥਕ ਔਰ ਮਤਲਬ ਚੰਗਾ ਸੁਨੇਹਾ ਹੈ ਕਿ ਘੱਟੋ ਘੱਟ ਪੰਜਾਬੀਆਂ ਨੂੰ ਵੋਟ ਤਾਂ ਪਾਉਣੀ ਆਈ ਹੈ, ਜਾਂ ਮਤਲਬ ਇਹਨਾਂ ਨੂੰ ਵੀ ਗਾ ਸੁਨੇਹਾ ਇਹ ਮਿਲ ਜੂਗਾ ਕਿ ਜਿਹੜੀ ਵੋਟ ਜਿਹੜੀ ਜਿਸ ਤਰੀਕੇ ਨਾਲ ਸੋਚਦੇ ਸੀ ਮੌਕੇ 'ਤੇ ਖਰੀਦ ਲਾਂਗੇ ਜਾਂ ਜੋ ਵੀ ਗੱਲਾਂ ਕਰ ਲਾਂਗੇ ਉਹ ਚੀਜ਼ ਤੋਂ ਹੁਣ ਚੀਜ਼ਾਂ ਪਾਸੇ ਹੋ ਗਈਆਂ। ਤਾਂ ਮੁੜ ਕੇ ਆਉਣੇ ਇਹ ਵਿਸ਼ੇ ਨੂੰ ਆਪਾਂ ਜਿੱਥੇ ਮਰਜ਼ੀ ਲੈ ਜਾਈਏ, ਇੰਨੀ ਜਲਦੀ ਕਿਉਂ ਆਉਣਾ ਪਿਆ ਅੱਜ 27 ਦਿਨਾਂ ਬਾਅਦ ਹੀ? ਤਾਂ ਕੋਈ ਵੀ ਸਟੈਪ ਜੇ ਅੱਜ ਤੱਕ ਇਸ ਸਰਕਾਰ ਦਾ ਕੋਈ ਪੋਜ਼ੀਟਿਵ ਵਾਲਾ ਹੁੰਦਾ ਤਾਂ ਬਿਲਕੁਲ 100% ਅਸੀਂ ਐਪਰੀਸ਼ੀਏਟ ਕਰਦੇ। ਮੈਂ ਖੁਦ ਕਹਿੰਦਾ ਵੀ ਕੁਝ ਕਰਕੇ ਤਾਂ ਦੱਸੋ, ਅਸੀਂ ਉਸੇ ਟਾਈਮ ਕਹਿਣ ਨੂੰ ਤਿਆਰ ਹਾਂ, ਅਸੀਂ ਤਾਂ ਉਡੀਕਦੇ ਸੀਗੇ। ਮੈਂ ਇਸ ਇਲੈਕਸ਼ਨ ਤੋਂ ਕਾਫੀ
7-8 ਮਹੀਨੇ ਪਹਿਲਾਂ ਜਾਂ 3-4 ਸਾਲ ਦਾ ਜਿਹੜੀ ਸਟਰਗਲ ਚੱਲਦੀ ਹੈ ਜਦੋਂ ਦੀ ਮੇਰੀ, ਉਦੋਂ ਤੋਂ ਵੀ ਇਹ ਕਹਿ ਰਹੇ ਹਾਂ ਕਿ ਜਿਹੜਾ ਇਹ ਰਵਾਇਤੀ ਪਾਰਟੀਆਂ ਦਾ ਜਿਹੜਾ ਸਾਨੂੰ ਕੂੜਾ ਗੁੰਝਣਾ ਪੈਣਾ ਹੈ। ਕਿਸਾਨ ਅੰਦੋਲਨ ਤੋਂ ਬੜੀਆਂ ਉਮੀਦਾਂ ਰਹੀਆਂ ਸੀਗੀਆਂ, ਉਹ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ, ਉੱਥੋਂ ਅਸੀਂ ਕੋਈ ਬਦਲ ਨਹੀਂ ਦੇ ਸਕੇ। ਤੋ ਇਹ ਬਾਈ ਡਿਫਾਲਟ ਜਿਹੜੀ ਸਰਕਾਰ ਬਣੀ ਹੈ, ਠੀਕ ਹੈ, ਉਦੋਂ ਵੀ ਲੱਗਦਾ ਸੀ ਜੇ ਘੱਟੋ ਘੱਟ 2 ਜਿਹੜੀਆਂ ਰਵਾਇਤੀ ਪਾਰਟੀਆਂ ਤਾਂ ਫਸੇ ਹੋਈਆਂ, ਤਾਂ ਇਹ ਜਿਹੜਾ ਹੈਗਾ ਇਹਨਾਂ ਦਾ ਅਸਲੀ ਚਿਹਰਾ ਹੈਗਾ ਮੈਨੂੰ ਇਹ ਲੱਗਦਾ ਸੀ ਕਿ ਅਜੇ 6 ਮਹੀਨੇ ਸਾਲ ਬਾਅਦ ਦਿਖਾਈ ਦੇਊਗਾ ਵੀ ਕੁਛ ਤਾਂ ਕੁਛ ਆਈ ਵਾਸ਼ ਕਰਨਗੇ ਆ ਕੇ, ਤਾਂ ਕਿ ਲੋਕਾਂ ਦੇ ਭੁਲੇਖੇ ਬਣੇ ਰਹਿਣ। ਪਰ ਇਹਨਾਂ ਨੇ ਤਾਂ ਜੋ ਸਟਾਰਟ ਕੀਤਾ ਉਹ ਕਮਾਲ ਹੀ ਹੋ ਗਈ ਹੈ। ਜਿਸ ਤਰ੍ਹਾਂ ਦਾ ਬੁੱਧੀਮਾਨ ਤਬਕੇ 'ਚ ਗਿਣਿਆ ਜਾਂਦਾ ਕੇਜਰੀਵਾਲ ਬਿਲੋਂਗ ਕਰਦਾ, ਉੱਥੋਂ ਇੰਨੀ ਉਮੀਦ ਨਹੀਂ ਸੀ ਕਿ ਪੰਜਾਬ ਨੂੰ ਇੰਨੇ ਰੈਸ਼ ਤਰੀਕੇ ਨਾਲ ਚਲਾਉਣਗੇ। ਤੁਹਾਡੇ ਕੋਲ ਕੁੰਵਰ ਵਿਜੇ ਪ੍ਰਤਾਪ ਵਰਗੇ ਲੋਕ ਕਿਸ ਕੰਮ ਵਾਸਤੇ ਰੱਖੇ ਹੋਏ ਹੈ? ਜੇ ਪੁਲਿਸ ਦੇ ਵਿੱਚ ਅੱਜ STF ਬਣਾ ਕੇ ਪੰਜਾਬੀ ਨੌਜਵਾਨਾਂ ਦਾ ਕਤਲ ਕਰਵਾਉਣਾ ਤਾਂ ਜ਼ਿੰਮੇਵਾਰੀ ਵੀ ਤਾਂ ਲਓ। ਜੇ ਅੱਜ ਇੱਕ ਪੁਲਿਸ ਅਫਸਰ ਪੋਲੀਟੀਸ਼ੀਅਨ ਚੇਂਜ ਹੋ ਕੇ ਬੈਠ ਗਿਆ, ਤੁਹਾਡਾ MLA ਬਣ ਗਿਆ, ਤੁਸੀਂ ਕਿਉਂ ਨਹੀਂ ਹਟ ਕਰਦੇ ਉਹਨੂੰ? ਉਹ ਇਹਨਾਂ ਟੀਮਾਂ ਦੇ ਮੈਂਬਰ ਰਹੇ, ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਡਰੱਗ ਦੀ ਸਟੋਰੀ ਜਿਹੜੀ ਹੈ ਉਹਨਾਂ ਨੂੰ ਪਤਾ ਕਿੱਥੋਂ ਚੱਲਦੀ ਹੈ। ਹੁਣ ਮਰਡਰ ਹੋ ਗਏ ਕਬੱਡੀ ਖਿਡਾਰੀਆਂ ਦੇ। ਪਹਿਲਾਂ ਤਾਂ ਮੇਰਾ ਸਵਾਲ ਹੈ, ਕਬੱਡੀ ਖਿਡਾਰੀਆਂ ਦੇ ਹੀ ਮਰਡਰ ਕਿਉਂ ਹੁੰਦੇ ਆ, ਬਾਕੀਆਂ ਦੇ ਕਿਉਂ ਨਹੀਂ? ਇਹ ਸੋਚਣ ਦਾ ਵਿਸ਼ਾ ਨਹੀਂ ਹੈ। ਫਿਰ ਮਰਡਰ ਕਰਨ ਵਾਲਾ ਜਿਹੜਾ ਹੈਗਾ ਉਹਦਾ ਕੀ ਮੋਟਿਵ ਹੈ? ਜਿਹਦਾ ਕਤਲ ਕੀਤਾ ਗਿਆ ਉਹਨੂੰ ਕਿਉਂ ਕਤਲ ਕਰ ਦਿੱਤਾ ਗਿਆ? ਪਿੱਛੇ ਕੀ ਕਾਰਨ ਸੀ? ਕਿਹਦਾ ਨੁਕਸਾਨ ਹੋਣਾ ਸੀ? ਕਿਹਦਾ ਫਾਇਦਾ ਹੋਣਾ ਸੀ? ਇਹ ਕਿਹਨੂੰ ਦੱਸਣਾ? ਕੁਛ ਸੰਦੀਪ ਨੰਗਲ ਅੰਬੀਆਂ ਦੇ ਕੁਝ ਲੋਕ ਫੜੇ ਇਹਨਾਂ ਨੇ, ਉਹਦੇ 'ਚ ਕਹਿੰਦੇ ਜੀ ਦੋਸ਼ੀ ਗ੍ਰਿਫਤਾਰ ਕਰ ਲਏ। ਉਹ ਗਾਂ ਤਾਂ ਦੱਸੋਗਾ ਕੀ ਹੈ? ਗ੍ਰਿਫਤਾਰ ਕਰ ਲਏ, ਉਹਨਾਂ ਨੇ ਕੀ ਦੱਸਿਆ ਤੁਹਾਨੂੰ? ਕਿਹਦੇ ਕਹਿਣ ਤੇ ਕਿਹਨੂੰ ਮਾਰਿਆ? ਕਿਹਦਾ ਨੁਕਸਾਨ ਹੋਣਾ ਸੀ? ਕਿਹਦਾ ਫਾਇਦਾ ਸੀਗਾ? ਉਹ ਚੀਜ਼ਾਂ ਤਾਂ ਜੇ ਸਾਹਮਣੇ ਆਉਂਦੀਆਂ ਤਾਂ ਫਿਰ ਸਭ ਦੇ ਨਾਮ ਆਉਂਦੇ। ਮੇਨ ਚੀਜ਼ ਇਹ ਹੈ, ਇਹ ਹਮੇਸ਼ਾ ਤੋਂ ਸਾਡੀ ਮਤਲਬ ਜਿਸ ਤਰ੍ਹਾਂ ਕੈਟਾਗਰਾਈਜ਼ ਇਹਨਾਂ ਨੇ ਕਰ ਲਿਆ, ਇਹ ਡਰੱਗ ਦਾ ਧੰਦਾ। ਮੈਂ ਸਿੱਧੀ ਸਪਸ਼ਟ ਤੁਹਾਨੂੰ ਦੱਸਦਾ, ਇਹਦੇ ਪਿੱਛੇ 99% ਡਰੱਗ ਦਾ ਧੰਦਾ। ਜੇ 95 ਕਿਲੋ 5% ਤਾਂ ਕਹਿੰਦਾ ਕਿ ਪਿਛਲੀ ਜਿਹੜੀ ਕਾਂਗਰਸ ਦੀ ਸਰਕਾਰ ਹੈ, ਇਹਨਾਂ ਨੇ ਇੱਕ ਨਵੀਂ ਸਮਗਲਿੰਗ ਇੰਟਰੋਡਿਊਸ ਕੀਤੀ ਹੈ ਸ਼ਰਾਬ ਦੀ, ਤਾਂ ਉਹਦੇ ਵਿੱਚ ਵੀ ਗੈਂਗਸਟਰ ਕਲਚਰ ਜਿਹੜਾ ਹੈ ਯੂਜ਼ ਹੁੰਦਾ, ਪਰ ਉਹ 5 ਪੈਸੇ ਹੈ, ਕਿਉਂਕਿ ਉਹਦਾ ਬੈਨੀਫਿਟ ਜਿਹੜਾ ਹੈਗਾ ਇਹਦੇ ਨਾਲੋਂ ਬਹੁਤ ਫਰਕ ਹੈ। ਇੱਥੇ 1000 ਰੁਪਏ ਦਾ 1500 ਰੁਪਏ ਦੇ ਮਟੀਰੀਅਲ ਨਾਲ ਕਰੋੜ ਰੁਪਏ ਦੀ ਹੈਰੋਇਨ ਬਣਾਉਂਦੇ, ਜਿਹੜੀ ਨਕਲੀ, ਜਿਹਨੂੰ ਆਪਾਂ ਜਿਹੜਾ ਸਿੰਥੈਟਿਕ ਡਰੱਗ ਕਹਿੰਦੇ। 2006 ਤੋਂ ਪਹਿਲਾਂ ਜਿਹੜੀ ਸਮਗਲਿੰਗ ਹੁੰਦੀ ਸੀ, ਉਹ ਹੈਰੋਇਨ ਜਿਹੜੀ ਹੁੰਦੀ ਸੀ ਉਹ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਆਉਂਦੀ ਸੀਗੀ। ਉਹ ਬਹੁਤ ਮਹਿੰਗੀਆਂ ਕੀਮਤਾਂ 'ਚ ਆਉਂਦੀ ਸੀ ਅਤੇ ਮਹਿੰਗੀ ਜਾਂਦੀ ਸੀ। ਉਹਦੇ 'ਚ ਇੱਕ ਮਾਰਜਨ ਡਿਫਰੈਂਟ ਹੁੰਦੇ ਸੀਗੇ। 2006 ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਆਉਣੀ ਸੀ, ਜਾਂ ਉਸ ਤੋਂ ਸਾਲ 2 ਸਾਲ ਪਹਿਲਾਂ ਜਦੋਂ ਪਹਿਲੀ ਸਰਕਾਰ ਚੇਂਜ ਹੋਈ ਸੀਗੀ ਕੈਪਟਨ ਅਮਰਿੰਦਰ ਸਿੰਘ ਤੋਂ ਦੀ, ਉਦੋਂ ਇਹਨਾਂ ਨੂੰ ਮਜੀਠੀਆ ਵਗੈਰਾ ਨੂੰ ਕੁਝ ਰੀਜ਼ਨਸ ਕਰਕੇ ਬਾਹਰ ਜਾਣਾ ਪਿਆ। ਉੱਥੇ ਫਿਰ ਕੰਟੈਕਟ ਹੋਏ ਇਹਨਾਂ ਦੇ ਉਹਨਾਂ ਲੋਕਾਂ ਨਾਲ ਜਿਹੜੇ ਕਿ ਬਾਅਦ ਵਿੱਚ ਇੱਥੇ ਆ ਕੇ ਇਹਨਾਂ ਦੇ ਨਾਲ ਸਾਂਝ ਪਾਈ ਹਰ ਤਰੀਕਾਂ ਦੀ, ਜਿਹਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸਵਾਂ ਦੀ ਜਿਹੜੀ ਇੱਕ ਰਿਪੋਰਟ ਹੈ 25-30 ਪੇਜਾਂ ਦੀ, ਉਹਨਾਂ ਨੇ 16 ਦੇ ਵਿੱਚ ਚੀਫ ਜਸਟਿਸ ਨੂੰ ਲਿਖੀ ਸੀ, ਜਦੋਂ 6000 ਕਰੋੜ ਦਾ ਡਰੱਗ ਜਿਹੜਾ ਭੋਲੇ ਹੋਰਾਂ ਵਾਲਾ ਜਿਹੜਾ ਉਜਾਗਰ ਹੋਇਆ ਸੀਗਾ। ਉਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਦੱਸੀ ਹੈ ਵਿਦ ਐਵੀਡੈਂਸ ਕਿ ਕਿਸ ਤਰੀਕੇ ਨਾਲ ਜਦੋਂ ਇਹ ਮਜੀਠੀਆ ਹੋਰੀ ਉਦੋਂ ਸਰਕਾਰ ਬਣਨ ਤੋਂ ਪਹਿਲਾਂ ਅਮਰੀਕਾ ਵਿੱਚ ਸੀਗੇ, ਤਾਂ ਉਹ ਸੱਤੇ ਹੋਰੀ ਕਿਸ ਤਰੀਕੇ ਨਾਲ ਬਾਰਡਰ ਕ੍ਰਾਸ ਕਰਦੇ ਰਹੇ, ਸਭ ਰਿਕਾਰਡ ਤੇ ਕਿਵੇਂ ਉਹਨਾਂ ਗੱਡੀਆਂ ਤਲਾਸ਼ੀਆਂ ਆਉਂਦੀਆਂ ਰਹੀਆਂ, ਕੀ ਡਰੱਗ ਦਾ ਸਿਸਟਮ ਉੱਥੇ ਚੱਲਦਾ ਸੀ। ਉੱਥੋਂ ਦਾ ਫਿਰ ਟ੍ਰੇਨਿੰਗ ਲਈ ਇਹਨਾਂ ਮਜੀਠੀਆ ਸਾਹਿਬ ਐਂਡ ਕੰਪਨੀ ਨੇ, ਦੇਖਿਆ ਕੀ ਹੈਗਾ। ਫਿਰ ਇੱਥੇ ਜਦੋਂ ਆ ਕੇ ਇਹਨਾਂ ਦੀ ਸਰਕਾਰ ਬਣ ਗਈ, ਫਿਰ ਇਹ ਧੰਦਾ ਜਿਹੜਾ ਹੈਗਾ ਇਹ ਸਟਾਰਟ ਹੋਇਆ। ਉਸ ਤੋਂ ਬਾਅਦ ਸਿੰਥੈਟਿਕ ਡਰੱਗ ਆਈ, ਜਿਸ ਨੇ ਪੰਜਾਬ ਦਾ ਯੂਥ ਤਾਂ ਮਾਰਿਆ। ਉਸ ਤੋਂ ਪਹਿਲਾਂ ਇਹ ਕਿਉਂ ਨਹੀਂ ਸੀ? ਪਹਿਲਾਂ ਕਿਹੜਾ ਹੈਰੋਇਨ ਨਹੀਂ ਸੀਗੀ? ਕਿਉਂਕਿ ਪਹਿਲਾਂ ਹੈਰੋਇਨ ਉਹ ਡਿਫਰੈਂਟ ਹੈਗੀ ਹੈ, ਇਹ ਸਿਰਫ ਮੌਤ ਹੈ, ਇਹ ਸਿਰਫ ਈਜ਼ੀ ਮਤਲਬ ਇਹਦਾ ਹੈਗਾ ਕੈਮੀਕਲ ਕੁਛ ਹੈਗੇ ਉਹਨਾਂ ਦੀ ਜਿਹੜੀ ਫਾਰਮੇਸ਼ਨ ਨਾਲ ਉਹ ਡਰੱਗ ਤਿਆਰ ਹੋ ਜਾਂਦੀ ਹੈ। ਔਰ ਸਭ ਤੋਂ ਵਧੀਆ ਗੱਲ ਇਹ ਹੈਗੀ ਕਿ ਉਹ ਜਦੋਂ ਫੋਰਨ ਦੇ ਵਿੱਚ ਆਪਾਂ ਇਹਨੂੰ ਸਮਗਲ ਕਰਦੇ ਹਾਂ ਥਰੂ ਏਅਰ ਹੀ ਹੁੰਦੀ ਹੈ, ਜਹਾਜ਼ਾਂ ਤੇ ਰਾਹੀਂ ਜਾਂਦੀ ਹੈ, ਉਹ ਉਹਨਾਂ ਦੇ ਜਿਹੜੇ ਸਨਿਫਰ ਡੌਗਸ ਹੈ ਜਾਂ ਕੋਈ ਹੋਰ ਕ੍ਰਾਈਟੇਰੀਆ ਉਹਨਾਂ ਦਾ ਹੈਗਾ ਉਹਨੂੰ ਫੜਨ ਦਾ, ਉਹਦੇ ਵਿੱਚ ਆਉਂਦੀ ਹੀ ਨਹੀਂ, ਕਿਉਂਕਿ ਉਹ ਹੈਰੋਇਨ ਤਾਂ ਹੈ ਹੀ ਨਹੀਂ ਹੈ। ਤਾਂ ਉਹ ਜਿੰਨੇ ਕਬੱਡੀ ਮੈਚ ਹੋਏ ਆ, ਫਿਰ ਅਗਾਂਹ ਅਗਲੀ ਇੰਟਰਸਟਿੰਗ ਗੱਲ ਹੈ ਕਿ ਕਬੱਡੀ ਕੱਪ ਕਦੋਂ ਸ਼ੁਰੂ ਹੋਏ ਅਕਾਲੀਆਂ ਦੀ ਸਰਕਾਰ ਵਾਲੀ, ਵਰਲਡ ਕਬੱਡੀ ਕੱਪ ਡਰੱਗ ਵੇਚਣ ਦਾ ਇੱਕ ਬਹੁਤ ਵੱਡਾ ਧੰਦਾ ਸੀ, ਅੱਜ ਤੱਕ ਹੈ। ਡਰੱਗ ਇਹੀ ਕਿਉਂ ਪਲੇਅਰ ਮਤਲਬ ਇਨਵੋਲਵ ਹੁੰਦੇ ਆ, ਕਿਉਂਕਿ ਡਰੱਗ ਦਾ ਧੰਦਾ ਹੀ ਇਹਦੇ ਰਾਹੀਂ ਕੀਤਾ ਗਿਆ, ਮੇਨਲੀ ਇਹ ਨਹੀਂ ਕੀਤਾ ਗਿਆ। ਸੈਕੰਡਲੀ ਜਿਹੜਾ ਥੋੜ੍ਹਾ ਬਹੁਤ ਹੈ, ਜਿਹੜੇ ਸਾਡੇ ਕਲਾਕਾਰ ਜਿਹੜੇ ਗਾਉਣ ਵਾਲੇ ਹੈਗੇ ਆ, ਇਹ ਜਿਹੜੇ ਬਾਹਰ ਟਰੈਵਲ ਕਰਦੇ ਆ, ਇੱਕ ਇਹਨਾਂ ਨੂੰ ਯੂਜ਼ ਕੀਤਾ ਜਾਂਦਾ, ਇਹਨਾਂ ਦੇ ਨਾਲ ਜਾਂਦਾ ਸਮਾਨ ਆਉਂਦਾ ਸਮਾਨ ਸਾਰਾ ਇਹਦੇ ਰਾਹੀਂ ਡਰੱਗ ਜਿਹੜੀ ਹੈਗੀ ਹੈ ਉਹਦਾ ਲੈਣ ਦੇਣ ਹੈਗਾ। ਤਾਂ ਮੇਨਲੀ ਜਦੋਂ ਪਿੱਛੇ ਧਿਆਨ ਕਰੀਏ, ਮੈਕਸੀਕਨ ਡਰੱਗ ਕਾਰਟਲਸ ਨੂੰ ਦੇਖੀਏ, ਹੋਰ ਚੀਜ਼ਾਂ ਨੂੰ ਦੇਖੀਏ, ਇਸ ਦੇ ਵਿੱਚ ਜਦੋਂ ਵੀ ਕੋਈ ਹੇਰਾਫੇਰੀ ਹੁੰਦੀ ਹੈ ਤਾਂ ਉਹਦੀ ਅੰਜਾਮ ਗੋਲੀ ਹੈ। ਸਾਡੇ ਕਿੰਨੇ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਇਸ ਮਾਫੀਆ ਦਾ, ਡਰੱਗ ਮਾਫੀਆ ਦਾ ਸ਼ਿਕਾਰ ਹੋਏ ਆ, ਉਹ ਤੇ ਹੁੰਦੇ ਆ ਕਿਉਂਕਿ ਉਹ ਉਸ ਧੰਦੇ ਵਿੱਚ ਜੁੜੇ ਹੋਏ ਆ। ਇੱਥੇ ਵੀ ਜਦੋਂ ਕੋਈ ਡਰੱਗ ਮਨੀ ਦੀ ਪ੍ਰੋਬਲਮ ਆਉਂਦੀ ਹੈ, ਮੈਂ ਕਿਸੇ ਦੇ ਨਾਮ ਲੈ ਕੇ ਇਲਜ਼ਾਮ ਨਹੀਂ ਕਹਿੰਦਾ, ਪਰ ਇਹਨਾਂ ਕਤਲਾਂ ਪਿੱਛੇ 100% ਜਦੋਂ ਕੋਈ ਪੇਮੈਂਟਾਂ ਰੁਕੀਆਂ, ਕੋਈ ਬੇਈਮਾਨੀ ਹੋਈ, ਕੋਈ ਡਰੱਗ ਦੀ ਚੋਰੀ ਹੋਈ, ਕੁਛ ਵੀ ਇੱਕ ਚੀਜ਼ ਹੋਇਆ, ਉਹਦੇ ਪਿੱਛੇ ਇਹ ਕਤਲ ਹੋਏ ਆ। ਉਹ ਕਤਲਾਂ ਦੀ ਜਿਹੜੀ ਜਾਣਕਾਰੀ ਹੈ ਲੋਕਾਂ ਨੂੰ ਕਿਉਂ ਨਹੀਂ ਦੱਸਣੀ ਚਾਹੀਦੀ?
ਜੇ ਤੁਸੀਂ ਗੈਂਗਸਟਰ ਨੂੰ ਤਾਂ ਕਹਿ ਦਿੰਦੇ ਹੋ ਕਿ ਮਤਲਬ ਵੀ ਗੈਂਗਸਟਰ ਦੇ ਖਿਲਾਫ ਇੱਕ ਉਹਨਾਂ ਨੇ ਬੰਦੇ ਮਾਰ ਦਿੱਤੇ। ਗੈਂਗਸਟਰ ਪੰਜਾਬ ਦੇ ਵਿੱਚ ਤਾਂ ਇਸ ਟਾਈਮ ਕੋਈ ਐਕਟਿਵ ਹੈ ਹੀ ਨਹੀਂਗਾ। ਜਿਹੜੇ ਐਕਟਿਵ ਹੈ ਉਹ ਜੇਲ੍ਹਾਂ 'ਚ ਬੈਠੇ ਆ। ਜੇ ਉਹ ਤੋਂ ਆਪਰੇਟ ਕਰ ਰਹੇ ਆ, ਕੌਣ ਕਰਾ ਰਿਹਾ? ਸਰਕਾਰ ਕਰਾ ਰਹੀ ਹੈ। ਪਹਿਲਾਂ ਜੇਲ੍ਹਾਂ ਦੇ ਵਿੱਚ ਜਿਹੜੀ ਸ਼ੈਲਟਰ ਸੀਗਾ ਉਹ ਦਿੱਤਾ ਇਹਨਾਂ ਨੇ ਅਕਾਲੀਆਂ ਨੇ, ਫਿਰ ਕਾਂਗਰਸੀ ਸਰਕਾਰ ਆ ਗਈ। ਆਹ ਰੰਧਾਵੇ ਨੇ ਇੱਥੇ ਮੁਖਤਾਰ ਅੰਸਾਰੀ ਕਾਹਦੇ ਵਾਸਤੇ ਲੈ ਕੇ ਆਉਂਦਾ ਸੀ? 3.5-4 ਸਾਲ ਇੱਥੇ ਰੱਖਿਆ ਰੋਪੜ ਦੀ ਜੇਲ੍ਹ ਵਿੱਚ, ਰਿਸ਼ਤੇਦਾਰ ਬਣਾ ਕੇ ਨੇੜੇ ਦਾ। ਉਹ ਕਿਹਦੇ ਕਾਹਦੇ ਵਾਸਤੇ ਰੱਖਿਆ ਹੋਇਆ ਸੀਗਾ? ਇਸ ਤੋਂ ਇਲਾਵਾ ਹੋਰ ਜਿਹੜਾ ਗੈਂਗਸਟਰ ਜਿਹੜੇ ਕੁਝ ਯੰਗਸਟਰ ਜਿਨ੍ਹਾਂ ਨੂੰ ਆਪਾਂ ਭਗਵਾਨਪੁਰੀਆ ਜੱਗੂ ਕਹਿ ਦਿੰਦੇ ਆ, ਬਸ਼ਨੋਈ ਬੱਚੇ ਆ, ਇਹ ਦਾ ਕਿਡਸ ਸਾਡੇ ਵਰਗੇ ਲੋਕਾਂ ਦੇ ਬੱਚਿਆਂ ਦੀ ਉਮਰ ਦੇ ਲੋਕ ਨੇ। ਇਹਨਾਂ ਨੂੰ ਸ਼ਿਕਾਰ ਬਣਾਇਆ ਗਿਆ, ਇਹਨਾਂ ਨੂੰ ਘਰਾਂ ਚੋਂ ਕੱਢਿਆ ਗਿਆ। ਠੀਕ ਹੈ, ਅੱਜ ਇਹਨੂੰ ਕਹਿੰਦੇ ਵੀ ਇਹਨਾਂ ਨੂੰ ਮਾਰ ਕੇ ਦੱਸ ਸੀ ਕੱਢਣ ਵਾਲੇ ਕੌਣ ਹੈ? ਇਹਨਾਂ ਨੇ ਇਹਨੂੰ ਕ੍ਰੀਏਟ ਕਿਹਨੇ ਕੀਤਾ? ਇਹ ਤਾਂ ਇੱਕ ਟੂਲ ਨੇ। ਧੰਦਾ ਕੀ ਹੈਗਾ? ਜਿਹੜਾ ਡਰੱਗ ਦਾ ਧੰਦਾ ਕਿਵੇਂ ਚੱਲਦਾ ਪੰਜਾਬ ਦੀ ਮੈਂ ਗੱਲ ਕਰਦਾ, ਬਾਕੀ ਤਾਂ ਤੁਹਾਨੂੰ ਮੈਂ ਬਾਹਰ ਦੱਸ ਦਿੱਤਾ ਜਿਹੜਾ ਬਾਹਰ ਜਾ ਰਿਹਾ। ਪੰਜਾਬ ਦੇ ਵਿੱਚ ਜਿਹੜਾ ਡਰੱਗ ਦਾ ਧੰਦਾ ਜਿਹੜਾ ਹੈ, ਜਿਹੜੀ ਵਰਦੀ ਹੈ ਡਰੱਗ, ਇਹਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ 3 ਟਾਇਰ ਸਿਸਟਮ ਚੱਲਦਾ ਹੈ। ਸਭ ਤੋਂ ਪਹਿਲਾਂ ਹੈਗਾ ਗੈਂਗਸਟਰ ਜਿਹੜਾ ਬੈਠਾ ਉਹ ਆਪਰੇਟ ਕਰਦਾ। ਜਿਹੜੇ ਇਹ ਆਉਂਦੇ ਆ ਗੋਲੀ ਮਾਰਨ ਵਾਲੇ, ਇਹ ਤਾਂ ਇੱਕ ਡਿਫਰੈਂਟ ਹੈਗਾ। ਇਹਨਾਂ ਨੂੰ ਤਾਂ ਹੁਕਮ ਹੁੰਦਾ ਵੀ ਆ ਫਲਾਣੇ ਬੰਦੇ ਦਾ ਕੰਮ ਕਰਦੇ, ਉਹ ਆਪਣਾ ਆ ਕੇ ਕਰ ਜਾਂਦੇ। ਉਹ ਪੰਜਾਬ ਨਾਲ ਬਹੁਤੇ ਕੰਸਰਨ ਨਹੀਂ ਹੈਗੇ। ਉਹ ਇੱਕ ਸੈਕਿੰਡ ਜਿਹੜੀ ਪੰਜਾਬ ਦੀ ਜਿਹੜੀ ਲਾਈਨ ਹੈ ਉਹ ਹੈਗੀ ਹੈ ਮਸਲਮੈਨ ਸੀ। ਉਹ ਪਹਿਲਾਂ ਰੇਤੇ ਦਾ ਕਾਰੋਬਾਰ ਦੇ ਵਿੱਚ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਸੀਗਾ। ਫਿਰ ਸ਼ਰਾਬ ਇਹਨਾਂ ਨੇ ਇੰਟਰੋਡਿਊਸ ਕੀਤੀ ਕਾਂਗਰਸ ਵਾਲਿਆਂ ਨੇ। ਔਰ ਇਸ ਤੋਂ ਇਲਾਵਾ ਜਿਹੜਾ ਨੀਚੇ ਤੱਕ ਜਿਹੜਾ ਆਮ ਬੰਦੇ ਤੱਕ ਡਰੱਗ ਗਈ ਆ, ਉਹ ਪੈਡਲਰ ਜਿਹੜੇ ਹੈਗੇ ਆ, ਲੋਕਲ ਜਿਹੜੇ ਪਿੰਡ ਲੈਵਲ ਦੇ, ਸ਼ਹਿਰ ਲੈਵਲ ਦੇ ਲੋਕ ਸੀ ਜਿਹੜੇ ਉੱਥੋਂ ਦੇ MLA ਦੀ ਨਿਗਰਾਨੀ ਵਿੱਚ, ਉੱਥੋਂ ਦੇ ਸਰਪੰਚਾਂ ਦੀ, ਜਿਹੜੇ ਆਪਣੇ ਵਾਰਡ ਕੌਂਸਲਰਸ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਮਤਲਬ ਅੱਗੇ ਜਿਹੜਾ ਹੈਗਾ ਜਿਹੜਾ ਪੈਡਲਰਸ ਤੱਕ ਪਹੁੰਚਾਇਆ ਗਿਆ। ਪੈਡਲਰਸ ਨੂੰ ਇਹ ਸੀਗਾ ਕਿ ਤੁਸੀਂ ਆਪਣਾ ਖਾ ਲਓ, ਬਾਕੀ ਵੇਚ ਦਿਓ। ਪੈਸਾ ਕਿਤੇ ਉਵੇਂ ਇਨਵੋਲਵ ਨਹੀਂ, ਕਿਤੇ ਪੇਮੈਂਟ ਕਰਨੀ। ਡਰੱਗ ਨਾਲ ਹੀ ਸਾਰੀ ਗੇਮ ਖੇਡੀ ਜਾਂਦੀ ਹੈ। ਉਹਨਾਂ ਨੂੰ ਉਹਨਾਂ ਦੇ ਖਾਣ ਜੋਗੀ ਕਰਕੇ ਬਾਕੀ ਉਹਨਾਂ ਨੇ ਵੇਚਣਾ। ਉਹਨਾਂ ਨੇ ਉਹ ਪੈਸੇ ਮਸਲਮੈਨ ਨੂੰ ਦੇ ਦੇਣੇ, ਮਸਲਮੈਨ ਤੋਂ ਪੈਸੇ ਅੱਗੇ ਟ੍ਰਾਂਸਫਰ ਹੋ ਜਾਣੇ। ਤਾਂ ਇਹ ਇੱਕ ਮਤਲਬ ਬਹੁਤ ਵੱਡੀ ਚੇਨ ਹੈ ਜਿਹਦੇ ਬਿਨਾਂ ਡਰੱਗ ਦਾ ਧੰਦਾ ਚੱਲ ਹੀ ਨਹੀਂ ਸਕਦਾ। ਤਾਂ ਉਹਨੂੰ ਚਲਾਉਣ ਵਾਸਤੇ ਇਹਨਾਂ ਨੇ ਗੈਂਗਸਟਰ ਕਲਚਰ ਕ੍ਰੀਏਟ ਕੀਤਾ। ਉਹ ਕਿਵੇਂ ਕੀਤਾ? ਬੱਚਿਆਂ ਨੂੰ, ਕਿਸੇ ਨੂੰ SOI, ਕਿਸੇ ਨੂੰ ਸੋਪੂ, ਕਿਸੇ ਨੂੰ ਹੋਰ ਜਿਹੜੇ ਚੰਗੇ ਪੜ੍ਹੇ ਲਿਖੇ ਦੇ ਵਿੱਚ, ਜਿਵੇਂ ਵਿੱਕੀ ਮਿੱਟੂ ਖੜੇ ਦਾ ਮਰਡਰ ਹੋਇਆ ਸੀਗਾ, ਉਹ ਵੀ ਇਸ ਕੜੀ ਦੇ ਵਿੱਚ ਹੀ ਹੋਇਆ ਹੈ। ਕੁਝ ਚੀਜ਼ਾਂ 'ਚ ਇਹ ਨਹੀਂ ਮੈਂ ਕਹਿੰਦਾ ਕਿ ਟੋਟਲੀ ਉਹ ਡਰੱਗ ਨਾਲ ਕੰਸਰਨ ਸੀ, ਪਰ ਉਹ ਡਰੱਗ ਦੇ ਨਾਲ ਫਿਰ ਕੁਝ ਚੀਜ਼ਾਂ ਜਦੋਂ ਯੰਗਸਟਰ ਆਉਂਦੇ ਆ ਹੋਰ ਵੀ ਵਿੱਚ ਆ ਜਾਂਦੀਆਂ, ਈਗੋਜ਼ ਆ ਜਾਂਦੀਆਂ, ਕੁਛ ਹੋਰ ਚੀਜ਼ਾਂ ਆ ਜਾਂਦੀਆਂ। ਉਹ ਮੈਂ ਬਹੁਤਾ ਉਹਦੇ ਬਾਰੇ ਸਾਈਡ 'ਤੇ ਨਹੀਂ ਜਾਣਾ ਚਾਹੁੰਦਾ। ਉਹਨੂੰ ਜਸਟ ਮੈਂ ਆਪਣੀ ਬਰੀਫ ਦੇ ਵਿੱਚ ਦੱਸਣਾ ਚਾਹੁੰਦਾ। ਸਰਕਾਰਾਂ ਦੇ ਕੰਮ ਕੀ ਹੁੰਦੇ ਆ? ਅੱਤਵਾਦ ਤੱਕ ਦੇ ਲੋਕਾਂ ਨੂੰ ਅਸੀਂ ਦੁਬਾਰਾ ਮੌਕਾ ਦਿੰਦੇ ਹਾਂ। ਠੀਕ ਹੈ, ਸਾਡੇ ਹੀ ਬੱਚੇ ਨੇ ਰਗੜਾਏ ਹੋਏ ਨੇ। ਕੋਈ ਕਿਸੇ ਦੇ ਘਰੋਂ ਗੈਂਗਸਟਰ ਬਣਨ ਵਾਸਤੇ ਪੈਦਾ ਹੁੰਦਾ। ਠੀਕ ਹੈ, ਹਰ ਕੋਈ ਚਾਹੁੰਦਾ ਉਹਦਾ ਬੱਚਾ ਡਾਕਟਰ ਬਣੇ, ਹਰ ਕੋਈ ਬੰਦਾ ਚਾਹੁੰਦਾ ਕੋਈ ਅਫਸਰ ਬਣੇ। ਇਹ ਗੈਂਗਸਟਰ ਜਿਨ੍ਹਾਂ ਦੇ ਬੱਚੇ, ਉਹਨਾਂ ਦੇ ਮਾਂ-ਬਾਪ ਨੂੰ ਤਾਂ ਪੁੱਛ ਕੇ ਵੇਖੋ। ਤੁਸੀਂ ਕਹਿੰਦੇ ਇਹਨਾਂ ਨੂੰ ਮਰਡਰ ਕਰ ਦਿਓ, ਇਹਨਾਂ ਨੂੰ ਫੜ ਕੇ ਅੰਦਰ ਦੇ ਦਿਓ। ਫੜ ਕੇ ਅੰਦਰ ਦੇਣਾ ਤੱਕ ਤਾਂ ਚਲ ਫਿਰ ਠੀਕ ਹੈ। ਤੁਸੀਂ ਬਣਾਏ, ਤੁਸੀਂ ਇੱਕ ਨੈਟਵਰਕ, ਇੱਕ ਜਾਲ ਬਣਿਆ, ਉਹਦੇ ਵਿੱਚ ਤੁਸੀਂ ਇਹਨਾਂ ਨੂੰ ਫਸਾਇਆ। ਠੀਕ ਹੈ, ਛੋਟੇ ਲਾਲਚ ਦੇ ਕੇ ਘਰਾਂ ਤੋਂ ਬਾਹਰ ਕੀਤੇ, ਫਿਰ ਵੱਡੀਆਂ। ਮੈਂ ਕਹਿੰਦਾ ਗੈਂਗਸਟਰ ਦਾ ਜਿਹੜਾ ਪੁਲਿਸ ਕੋਲੇ ਕੋਈ ਕ੍ਰਾਈਟੇਰੀਆ ਹੀ ਨਹੀਂ ਹੈਗਾ। ਨੰਬਰ 2 ਅਗਲੀ ਇੰਟਰਸਟਿੰਗ ਗੱਲ ਹੈ, ਕੈਟੇਗਰੀਆਂ ਬਣਾ ਦਿੰਦੇ ਆ A B C D, ਨਥਿੰਗ ਇਜ਼ ਅਵੇਲੇਬਲ। ਗੈਂਗਸਟਰ ਨਾਲ ਕੰਸਰਨ ਕੋਈ ਕ੍ਰਾਈਟੇਰੀਆ ਕੋਈ ਨਹੀਂ ਹੈਗਾ। ਇੱਕ ਟੀਮ ਅਲੱਗ ਬਣਾ ਦਿੰਦੇ ਆ, ਉਹ ਗੈਂਗਸਟਰ ਨੂੰ ਵੇਖੂਗੀ। ਕਿਸ ਤਰੀਕੇ ਨਾਲ ਇਹਨਾਂ ਨੂੰ ਕੈਟੇਗਰੀ 'ਚ ਵੰਡਿਆ ਗਿਆ, ਕਿਹੜੇ ਵੱਖਰੇ ਕ੍ਰਾਈਮ ਕੀਤੇ ਗਏ ਜਿਹੜੇ ਕਿ ਮਤਲਬ ਉਹਨੂੰ ਗੈਂਗਸਟਰ ਵਾਲੇ ਪਾਸੇ ਲੈ ਕੇ ਜਾਂਦੇ ਆ। ਕਿੰਨੀਆਂ ਕੁ ਪੰਜਾਬ ਦੇ ਵਿੱਚ ਐਕਸਟੋਰਸ਼ਨਸ ਹੁੰਦੀਆਂ, ਕਿੰਨੀਆਂ ਕੁ ਫਰੌਤੀਆਂ ਲਈਆਂ ਜਾਂਦੀਆਂ, ਦੱਸੋ ਮੈਨੂੰ। ਜੋ ਬੰਬੇ ਹੈ ਜਾਂ ਕੋਈ ਹੋਰ ਮਤਲਬ ਦਿੱਲੀ ਹੈ ਜਾਂ ਹੋਰ ਸਟੇਟਾਂ UP ਹੈ, ਜੋ ਕੁਝ ਉੱਥੇ ਹੁੰਦਾ ਆਪਣੇ ਪੰਜਾਬ ਕਿੱਥੇ ਸੁਣਿਆ ਕਰੇ ਕੋਈ ਤੁਸੀਂ? ਫਿਰ ਇੱਥੇ ਗੈਂਗਸਟਰ ਕਲਚਰ ਕ੍ਰੀਏਟ ਕਿਵੇਂ ਹੋ ਗਿਆ? ਉਹ ਇਸ ਕਰਕੇ ਹੀ ਕੀਤਾ ਗਿਆ ਇਹਨਾਂ ਨੇ ਕਿ ਇਸ ਨਾਮ ਦੇਣ ਕਰਕੇ ਵੀ ਕੱਲ੍ਹ ਨੂੰ ਜਦੋਂ ਆਈ ਵਾਸ਼ ਕਰਨਾ ਹੋਊਗਾ, ਕੁਛ ਚੀਜ਼ ਤਾਂ ਵਿਖਾਉਣੀ ਪਊਗੀ ਨਾ ਲੋਕਾਂ ਨੂੰ। ਤਾਂ ਇਹ ਜਿਹੜੀਆਂ ਹੈਗੀਆਂ, ਇਹ ਪਰਪਸ ਕੀ ਅੱਜ ਦਾ ਜਿਹੜੀ ਇਹ ਪ੍ਰੈਸ ਕਾਨਫਰੰਸ ਦਾ ਇਹ ਹੈ। 4-5 ਦਿਨਾਂ ਤੋਂ ਜੋ ਦੀ ਗੱਲ ਚੱਲਦੀ ਹੈ। ਹਾਲਾਂਕਿ ਇਹਨਾਂ ਦੇ ਜਿੰਨੇ ਵੀ ਫੈਸਲੇ ਲਏ ਸਰਕਾਰ ਨੇ, ਉਹ ਬਿਲਕੁਲ ਜਿਹੜੇ ਹੈਗੇ ਹਾਂ ਪੱਕੀ ਨਹੀਂ ਹੈਗੇ। ਲੋਕ ਗੱਲ ਕਰਦੇ ਆ ਕਿ ਤੁਸੀਂ ਬਹੁਤ ਜਲਦੀ ਜੀ ਵਿਰੋਧਤਾ ਕਰ ਰਹੇ, ਇਹਨਾਂ ਨੂੰ ਮੌਕਾ ਦਿਓ। ਮੈਂ ਕਹਿੰਦਾ ਇੱਕ ਬੰਦਾ ਲੁਧਿਆਣੇ ਤੋਂ ਦਿੱਲੀ ਨੂੰ ਜਾਣਾ ਉਹਨੇ, ਠੀਕ ਹੈ, ਉਹ ਦਿੱਲੀ ਨੂੰ ਤੁਰ ਪਿਆ, ਇਟਸ ਓਕੇ, ਅਸੀਂ ਦੇਵਾਂਗੇ ਮੌਕਾ। ਜੇ ਉਹ ਲਾਹੌਰ ਵਾਲੇ ਪਾਸੇ ਮੂੰਹ ਕਰੀ ਖੜਾ, ਫਿਰ ਮੌਕਾ ਕੀ ਦਈਏ? ਜੇ ਉਹਦਾ ਸਟੈਪ ਹੀ ਦੂਜੇ ਪਾਸੇ ਹੈ, ਉਹਨੂੰ ਕਿਵੇਂ, ਕਿਸ ਚੀਜ਼ ਦੀ ਵੇਟ ਕਰੀਏ ਉਸ ਨਾਲ? ਤੇ ਇਸ ਕਰਕੇ ਮਜਬੂਰੀ ਦੇ ਵਿੱਚ ਕੋਈ ਸ਼ੌਕ ਨਹੀਂ ਹੈਗਾ, ਕੋਈ ਇਹ ਨਹੀਂ ਹੈਗਾ ਕਿ ਕ੍ਰਿਟਿਸਿਜ਼ਮ ਕਰਨਾ ਚਾਹੁੰਦੇ ਆ। ਭਗਵੰਤ ਮਾਨ ਜੇ ਆਪਣੇ ਆਪ ਨੂੰ, ਉਹਨੇ ਪ੍ਰਮਾਤਮਾ ਨੇ ਉਹਦੇ ਮੱਥੇ ਤੇ CM ਬਣਨਾ ਲਿਖਿਆ ਸੀ, ਉਹ ਬਣ ਗਿਆ, ਤੇ ਉਹਨੂੰ ਬਣ ਕੇ ਵਿਖਾ ਦੇਣਾ ਚਾਹੀਦਾ। ਕਿੰਨੀ ਕੁ ਗੁਲਾਮੀ ਕਰਨੀ ਚਾਹੁੰਦਾ ਉਹ ਕੇਜਰੀਵਾਲ ਦੀ? ਕੀ ਪ੍ਰੋਬਲਮ ਹੈਗੀ? ਅੱਜ 92 ਬੰਦਿਆਂ ਦੀ ਵੀ ਤੇਰੇ ਕੋਲ ਮੈਜੋਰਟੀ ਹੈਗੀ ਹੈ, ਕਿਉਂ ਝਾਕਦਾ ਦਿੱਲੀ ਵੱਲ ਤੋਂ? ਇਸ ਕਰਕੇ ਨਾ ਤਾਂ ਇਹਨਾਂ ਨੂੰ ਪਤਾ ਸੀ ਵੀ ਸਾਡੀ ਸਰਕਾਰ ਹੋਣੀ ਜਿਹੜੀ ਅਸਲੀਅਤ ਹੈਗੀ ਹੈ। ਜੇ ਇਹ ਪਤਾ ਹੁੰਦਾ ਤਾਂ ਫਿਰ ਇਹ ਸੀਟਾਂ ਦੀ ਖਰੀਦੋ ਫਰੋਖਤ ਦਾ ਕੰਮ ਨਹੀਂ ਕਰਦੇ ਸੀ। ਇਹ ਸਾਰੇ ਹੀ ਐਨਾਲਿਸਿਸ ਨੂੰ ਫੇਲ ਕੀਤਾ ਪੰਜਾਬੀਆਂ ਨੇ ਇਸ ਵਾਰੀ।
ਬਿਲਕੁਲ ਜਿਹੜੀ ਇੱਕ ਵੱਖਰੇ ਰਿਜ਼ਲਟ ਆਏ ਆ, ਜਿਹੜੇ ਮੈਂ ਪਹਿਲਾਂ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹਦੇ ਰਿਜ਼ਲਟ ਚੰਗੇ ਆਉਣਗੇ। ਨਾ ਤਾਂ ਇਹਨਾਂ ਨੂੰ ਪਤਾ ਸੀ ਸਾਡੀ ਸਰਕਾਰ ਆਉਣੀ ਹੈ, ਨਾ ਦੂਜਿਆਂ ਨੂੰ ਪਤਾ ਸੀ ਵੀ ਸਾਡੀ ਇੰਨੀ ਮਾੜੀ ਹਾਲਤ ਹੋਣੀ ਹੈ ਕਿ ਇੱਥੇ ਬਾਦਲ, ਇੱਥੇ ਕੈਪਟਨ, ਇੱਥੇ ਵੱਡੇ ਮਜੀਠੀਏ, ਸਿੱਧੂ ਵਰਗੀਆਂ ਤੋਪਾਂ ਰੁੜ ਜਾਣੀਆਂ। ਇਹ ਕਿਸੇ ਨੇ ਸੋਚਿਆ ਨਹੀਂ ਸੀਗਾ। ਤੋਂ ਪਰ ਇਹ ਬਹੁਤ ਚੰਗਾ ਹੋਇਆ। ਇਸ ਟਾਈਮ ਵਿਧਾਨ ਸਭਾ ਦੇ ਵਿੱਚ ਬੇਸ਼ੱਕ ਨੌ ਸਿੱਖੀਏ ਲੋਕ ਬੈਠੇ ਆ, ਪਰ ਕ੍ਰਿਮੀਨਲ ਤਾਂ ਨਹੀਂ ਨਾ ਹੈਗੇ। ਜੇ ਹੈਗੇ ਤਾਂ ਬੜੇ ਥੋੜ੍ਹੇ ਰਹਿ ਗਏ ਆ, ਤੇ ਜਿਨ੍ਹਾਂ ਨੂੰ ਮਤਲਬ ਮੌਕਾ ਨਹੀਂ ਮਿਲਿਆ ਇਸ ਬਾਰੇ ਇਹਨਾਂ ਚਾਹੁਣ ਦਾ, ਇੱਕ ਪੰਜਾਬੀਆਂ ਦੀ ਜਿਹੜੀ ਇੱਕ ਜਾਗਰੂਕਤਾ ਹੈ ਉਹਦੇ ਵਿੱਚ ਦਿਖਾਈ ਦਿੰਦੀ ਹੈ। ਇਸ ਤੋਂ ਇਹ ਕਲੀਅਰ ਹੈ ਕਿ ਵੋਟਿੰਗ ਜਿਹੜੀ ਗਾਹ ਤੋਂ ਵੀ ਹੋਇਆ ਕਰੂਗੀ, ਜਾ ਕੇ ਹੋਇਆ ਕਰੂਗੀ। ਇਹਨਾਂ ਦੀ ਸ਼ਰਾਬਾਂ, ਇਹਨਾਂ ਦੇ ਪੋਸਟ ਸਾਡੇ ਜਿਹੜੇ ਹੈਗੇ ਬਹੁਤਾ ਹੁਣ ਅਸਰ ਨਹੀਂ ਕਰਿਆ ਕਰਨਗੇ। ਪਰ ਇਹ ਜਿਹੜੀ ਹੁਣ 5 ਸਾਲ ਦਾ ਟਾਈਮ ਸਾਡੇ ਕੋਲ ਬਾਕੀ ਹੈ। ਸਰਕਾਰ ਅਜੇ ਕੱਲ੍ਹ ਸ਼ੁਰੂ ਹੋਈ ਹੈ, ਇਹ 5 ਸਾਲ ਕਿਵੇਂ ਕੱਟਣਗੇ? ਸੋਰਸਿਸ ਕੀ ਹੈਗੇ ਇਹਨਾਂ ਕੋਲੇ? ਦੱਸਣ। ਕਰਨੀ ਤਾਂ ਨੌਕਰੀਆਂ ਪਲਾਨ ਕਰਨੀਆਂ ਚਾਹੀਦੀਆਂ। ਮੈਂ ਗੱਲ ਕਰ ਰਿਹਾ ਸੀ ਵੀ ਆਵਾਜ਼ ਤਾਂ ਮਾਰਨੀ ਚਾਹੀਦੀ ਸੀ ਗੈਂਗਸਟਰਾਂ ਨੂੰ। ਇੱਕ ਅਪੀਲ ਕਰਦੀ ਸਰਕਾਰ ਵੀ ਆਓ ਆਪਣੇ ਘਰ ਵਾਪਸ ਆਓ, ਅਸੀਂ ਤੁਹਾਡੇ ਕੇਸ ਦੁਬਾਰਾ ਵਿਚਾਰਦੇ ਹਾਂ, ਅਸੀਂ ਦੇਖਦੇ ਹਾਂ ਕਿ ਕਿਹਦਾ ਕਿੰਨਾ ਕ੍ਰਾਈਮ ਹੈਗਾ, ਕੋਈ ਮਾਫ ਕਰਨ ਯੋਗ ਹੈ ਜਾਂ ਨਹੀਂ ਹੈਗਾ, ਉਹਦੇ ਮੁਤਾਬਕ ਦੇਖੀਏ। ਤੇ ਇਹਨਾਂ ਨੂੰ ਸ਼ਿਕਾਰ 'ਤੇ ਲਾ ਲਿਆ। ਹੁਣ ਕੀ ਹੋ ਗਿਆ, ਜਦੋਂ ਦੀ ਇਹ ਅਨਾਊਂਸਮੈਂਟ ਹੋਈ ਹੈ ਉਦੋਂ ਦਾ ਹੀ ਲੋਕ ਏਜੰਟਾਂ ਕੋਲ ਭੱਜ ਲਏ ਆ, ਉਹਨਾਂ ਦੇ ਧੰਦੇ ਚੱਲ ਪਏ ਆ। ਜਿਹੜੇ ਲੋਕ ਸੋਚ ਰਹੇ ਸੀ ਕਿ ਹੁਣ ਸਰਕਾਰਾਂ ਬਦਲ ਗਈਆਂ, ਨਵੀਆਂ ਦੋਨੋਂ ਰਵਾਇਤੀ ਪਾਰਟੀਆਂ ਚਲੇ ਗਈਆਂ, ਇਹ ਚੰਗੇ ਲੋਕ ਆਏ ਤਾਂ ਸ਼ਾਇਦ ਸਾਨੂੰ ਘਰਾਂ ਵਿੱਚ ਆਉਣ ਦਾ ਮੌਕਾ ਮਿਲੂਗਾ, ਉਹਨਾਂ ਦੇ ਸੁਪਨੇ ਟੁੱਟ ਗਏ ਜਦੋਂ ਇਹਨਾਂ ਨੇ ਪਹਿਲਾਂ ਆਰਡਰ ਹੀ ਉਹ ਕਰ ਦਿੱਤਾ। ਤਾਂ ਮੈਂ ਇਸ ਗੱਲ ਤੋਂ ਬੜੀ ਤਕਲੀਫਮੰਦ ਹੈ। ਇਹ ਮੈਂ ਪੰਜਾਬੀ ਮੰਚ ਜਿਹੜਾ ਹੈਗਾ, ਅਸੀਂ ਜਿਹੜੇ 5 ਲੋਕ ਬੈਠੇ ਹਾਂ, ਇਹੀ ਨਹੀਂ ਹੈਗੇ, ਠੀਕ ਹੈ। ਅੱਜ ਮੈਂ ਕਾਫੀ ਦੇਰ ਤੋਂ ਸਖਤ ਲਫ਼ਜ਼ਾਂ ਵਿੱਚ ਲਿਖ ਰਿਹਾ, ਜੋ ਕਰਕੇ ਮੈਨੂੰ ਜਾਣਿਆ ਜਾਂਦਾ ਜਾਂ ਸੁਣਿਆ ਜਾਂਦਾ। ਉਸ ਨੂੰ ਇਹ ਦੱਸਣ ਵਾਸਤੇ ਸਰਕਾਰ ਨੂੰ ਬੈਠੇ ਵੀ ਆਹ ਪਹਿਲਾਂ ਤਾਂ ਸਾਨੂੰ ਵੇਖ ਲਓ, ਤੇ ਇਹਦੇ ਪਿੱਛੇ ਇਨਵਿਜ਼ੀਬਲ ਬਹੁਤ ਕੁਝ ਬੈਠਾ। ਅਸੀਂ ਆਪਣੇ ਸਾਰੇ ਕਾਰਡਸ ਅੱਜ ਨਹੀਂ ਤੁਹਾਨੂੰ ਵਿਖਾਉਣ ਲੱਗੇ, ਅਸੀਂ ਵਿਖਾਵਾਂਗੇ, ਠੀਕ ਹੈ, ਸਮਾਂ ਆਉਣ 'ਤੇ ਵਿਖਾਵਾਂਗੇ। ਪਰ ਮਤਲਬ ਇਹ ਨਾ ਸਮਝਿਆ ਜਾਵੇ, ਸਰਕਾਰ ਇਹ ਨਾ ਸਮਝ ਲਵੇ ਕਿ ਤੁਹਾਡੇ ਪੁੱਛਣ ਵਾਲਾ ਕੋਈ ਨਹੀਂ। ਕਿਉਂਕਿ ਦੇਖੋ ਆਹ ਮੁੱਦਾ ਜਿਹੜਾ ਹੈਗਾ, ਇੱਕ ਮੀਟਿੰਗ ਸੱਦੀ ਆ ਉਹਨੇ ਕੇਜਰੀਵਾਲ ਨੇ ਦਿੱਲੀ, ਬੜੀਆਂ ਸਿਆਸੀ ਪਾਰਟੀਆਂ ਚੀਕਾਂ ਮਾਰਨ ਲੱਗੀਆਂ, ਦੇਖੋ ਜੀ ਦਿੱਲੀੋਂ ਸਰਕਾਰ ਚੱਲਦੀ ਹੈ। ਤੇ ਜਿਹੜਾ ਗੈਂਗਸਟਰਾਂ ਨੂੰ ਮਾਰਨ ਦਾ ਜਿਹੜਾ ਹੈਗਾ ਫਰਮਾਨ ਕੀਤਾ, ਇਹਦੇ 'ਤੇ ਕਿਹਨੇ ਬੋਲਣਾ? ਕਿਉਂਕਿ ਉਹਦਾ ਟਰਸਟਡ ਹੈ, ਉਹਨਾਂ ਦਾ ਆਪਣੇ ਟਰਸਟ ਹੈ। ਜੇ ਉਸ ਪਾਸੇ ਤੁਰਨਗੇ ਤਾਂ ਪੁਰਾਣੀ ਸਰਕਾਰ ਦੇ ਪੜਦੇ ਪੱਟੇ ਜਾਣਗੇ। ਇਹ ਤਾਂ ਇਹਨਾਂ ਨੂੰ ਇਹੀ ਸੂਟ ਕਰਦਾ ਕਿ ਜਿਹੜੀਆਂ ਉਹ ਪਹਿਲਾਂ ਦੀਆਂ ਪਿਰਤਾਂ ਬਣੀਆਂ ਹੋਈਆਂ, ਬਿਜ਼ਨਸ ਚੱਲੇ ਹੋਏ ਆ, ਜਿਵੇਂ ਅਕਾਲੀਆਂ ਦੇ ਚਲਾਏ ਬਿਜ਼ਨਸ ਨੂੰ ਆਪਣੇ ਕਾਂਗਰਸ ਨੇ ਹੈਂਡ ਓਵਰ ਕਰ ਲਿਆ ਸੀਗਾ, ਹੁਣ ਇਹਨਾਂ ਦੀ ਵਾਰੀ ਆ ਗਈ ਉਹ ਮਸ਼ਾਲਗਾਂ ਫੜਨ ਵਾਸਤੇ ਤਿਆਰ ਬੈਠੇ ਇਹ। ਜੇ ਇਹੀ ਕੁਝ ਕਰਨਗੇ ਤਾਂ ਫਿਰ ਇਹ ਜਿਹੜਾ ਧੰਦਾ ਜਿਹੜਾ ਹੈਗਾ, ਇਵੇਂ ਜਿਵੇਂ ਸਾਰੀਆਂ ਫੈਕਟਰੀਆਂ ਜਿਹੜੀਆਂ ਸ਼ਰਾਬ ਦੀਆਂ ਜਾਲੀ ਬਣੀਆਂ, ਉਹ ਹੈਂਡ ਓਵਰ ਹੋ ਜਾਣਗੀਆਂ। ਚਾਹੀਦਾ ਤਾਂ ਇਹ ਸੀ 250 ਮੌਤ ਕਹਿੰਦੇ ਤਰਨਤਾਰਨ ਦੇ ਵਿੱਚ ਜਾਲੀ ਸ਼ਰਾਬ ਨਾ ਹੋਈ, ਜਿਹੜੀ ਕਿ 600 ਦੇ ਕਰੀਬ ਬੰਦਾ ਬਾਅਦ ਵਿੱਚ ਟੋਟਲ ਮਰਿਆ ਹੋ। ਤੇ ਉਸ ਤੋਂ ਇਲਾਵਾ ਹੋਰ ਪਿਛਲੇ ਡਰੱਗ ਦਾ ਕੰਸਰਨ, ਉਸ ਇਕੱਲੇ ਜਿਹੜੀ ਮੌਤਾਂ ਦੇ ਸੰਬੰਧ ਵਿੱਚ 11 MLA ਸੀ, ਮੈਂ ਨਾਮ ਵੀ ਲਏ ਸੀਗੇ, ਔਰ ਮੰਤਰੀ ਸੀ ਜਿਹਦੇ ਬਾਈ ਨੇਮ ED ਦੀ ਫਾਈਲ ਦੇ ਵਿੱਚ ਨਾਮ ਬੋਲਦਾ। ਤੁਸੀਂ ਉਹਨਾਂ ਦੀ ਤਫਤੀਸ਼ ਕਰੋ, ਤੁਸੀਂ ਉਹਨਾਂ ਨੂੰ ਫੜ ਕੇ ਦੇਖੋ। ਕਰਪਸ਼ਨ ਸਾਡੇ ਲੁਧਿਆਣੇ ਦੇ ਵਿੱਚ ਇੱਕੋ ਹੀ ਮੰਤਰੀ ਹੈਗਾ ਜਿਹਨੇ ਦੁਨੀਆ ਦੀ ਸਭ ਤੋਂ ਵੱਡੀ ਕਰਪਸ਼ਨ ਲੱਖਾਂ ਕਰੋੜਾਂ 'ਚ ਕੀਤੀ ਹੈ, ਉਹ ਕਿਹਨੇ ਚੈੱਕ ਕਰਨੀ ਹੈ? ਜਾਂ ਹੋਰ ਉਹ ਤਾਂ ਸਾਨੂੰ ਪਤਾ ਕਿਉਂਕਿ ਅਸੀਂ ਨੇੜੇ ਬੈਠੇ ਹਾਂ। ਹਰ ਇੱਕ ਇਸ ਸਰਕਾਰ ਪਿਛਲੀ ਦੇ ਵਿੱਚ ਕਰਪਸ਼ਨਾਂ ਦੇ ਰਿਕਾਰਡ ਟੁੱਟ ਗਏ। ਇਹ ਨਹੀਂ ਕਿ ਪਹਿਲਾਂ ਪੁਰਾਣੀਆਂ ਸਰਕਾਰਾਂ ਨੇ ਘੱਟ ਕੀਤੀ ਸੀ, ਪਰ ਇਹਨਾਂ ਨੇ ਉਹਨਾਂ ਨੂੰ ਚੰਗਾ ਸਾਬਤ ਕਰ ਦਿੱਤਾ। ਤਾਂ ਹੁਣ ਖਰਚਾ ਇਸੇ ਗੱਲ ਦਾ ਹੋ ਰਿਹਾ ਕਿ ਇਹ ਜਿਹੜੀ ਪਾਰਟੀ ਹੈਗੀ ਆ, ਉਹਨਾਂ ਦੋਨਾਂ ਰਵਾਇਤੀ ਪਾਰਟੀਆਂ ਨੂੰ ਚੰਗਾ ਸਾਬਤ ਕਰਨ ਦੇ ਰਾਹ ਨਾ ਤੁਰ ਪਵੇ। ਇਸ ਕਰਕੇ ਸਾਡਾ ਜਿਹੜਾ ਹੈਗਾ, ਇਸ ਗੱਲ ਨੂੰ ਮੈਂ 1 ਘੰਟਾ ਗੱਲ ਕਰ ਸਕਦਾ ਹੋਰ ਵਿਸ਼ਿਆਂ ਦੇ ਲਿਜਾ ਕੇ, ਠੀਕ ਹੈ। ਪਰ ਪਰਪਸ ਜਿਹੜਾ ਹੈ ਅੱਜ ਦਾ ਮੈਸੇਜ ਦੇਣ ਦਾ ਇਹ ਹੈਗਾ ਕਿ ਸਾਡਾ ਜਿਹੜਾ ਪੁਲਿਸ ਤੰਤਰ ਹੈ ਉਹ ਜਾਗ ਪਵੇ, ਉਹ ਸ਼ਰਮ ਕਰ ਲੈ ਮਾੜੀ ਮੋਟੀ। ਉਹਨਾਂ ਦੇ ਘਰ ਵੀ ਬੱਚੇ ਹੈ, ਉਹਨਾਂ ਦੇ ਘਰ ਵੀ ਧੀਆਂ ਭੈਣਾਂ ਹੈਗੀਆਂ ਨਾ, ਇੱਥੇ ਜਿਹੜੀਆਂ ਰੇਪ ਦੀਆਂ ਵਿਕਟਮ ਬੈਠੀਆਂ। ਤੇ ਬੜੇ ਇੰਟਰਸਟਿੰਗ ਮੈਂ ਲੁਧਿਆਣੇ ਦੀ ਗੱਲ ਦੱਸਦਾ, 1.25 ਸਾਲ ਤੋਂ ਮੈਂ ਖੁਦ ਧਰਨੇ 'ਤੇ ਬੈਠਾ ਅੱਜ ਤੱਕ। ਪਹਿਲਾਂ ਸਰਕਾਰ ਕੈਪਟਨ ਸਾਹਿਬ ਕੋਲ ਟੈਚੀ ਜਾਂਦੇ ਰਹੇ, ਫਿਰ ਚੰਨੀ ਸਾਹਿਬ ਆ ਗਏ, ਚੰਨੀ ਸਾਹਿਬ ਕੋਲ ਟੈਚੀ ਜਾਂਦੇ ਰਹੇ, ਠੀਕ ਹੈ। ਹੁਣ ਕਹਿੰਦੇ ਰਾਘਵ ਚੱਡੇ ਹੁਣ ਟੈਚੀ ਚਲਾ ਗਿਆ, ਮਹੀਨਾ ਹੋ ਗਿਆ ਸਰਕਾਰ ਆਈ ਨੂੰ, ਹੁਣ ਕਿਉਂ ਨਹੀਂ ਫੜਦੇ? PO ਹੋ ਚੁੱਕੇ ਹੈ, ਪ੍ਰਾਪਰਟੀਆਂ ਅਟੈਚਮੈਂਟ ਦੇ ਆਰਡਰ ਹੋ ਗਏ। ਸਾਡੇ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਘਰੋਂ ਭੱਜੇ ਹੋਏ, ਘਰੋਂ ਤਾਂ ਹੁਣ ਭੱਜੇ 4 ਦਿਨ ਪਹਿਲਾਂ। ਤੇ ਜੇ ਗੈਂਗਸਟਰਾਂ ਨੂੰ ਕਲਕੱਤੇ ਜਾ ਕੇ ਫੜਿਆ ਜਾ ਸਕਦਾ ਹੈ, ਤੇ ਜਿਹੜਾ ਪੋਲੀਟੀਸ਼ੀਅਨ ਨੂੰ ਘਰੋਂ ਭਗੌੜਿਆ ਉਹਨੂੰ ਫੜਨ ਵਾਸਤੇ ਕੋਈ ਪ੍ਰੋਬਲਮ ਹੈ? ਤਾਂ ਗੱਲ ਕੀ ਹੈ? ਗੱਲ ਇਸ ਤਰ੍ਹਾਂ ਦਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਪੈਸਾ ਇਕੱਠਾ ਕੀਤਾ ਹੋਇਆ, ਇੱਕ ਦੂਜੇ ਨੂੰ ਲੁੱਟਦੇ ਆ। ਇਹ ਜਿਹੜਾ ਭਾਈਚਾਰਾ ਹੈ ਇੱਕ ਲਿਮਿਟ ਤੱਕ ਇਹਨਾਂ ਦਾ ਆਪਣਾ ਹੈਗਾ, ਜਦੋਂ ਲੋੜ ਪੈਂਦੀ ਹੈ ਫਿਰ ਇਹਦੀ ਫਾਈਲਾਂ ਬਣਦੀਆਂ ਇੱਕ ਦੂਜੇ ਦੇ ਬਲੈਕਮੇਲ ਕਰਨ ਵਾਸਤੇ। ਇਹਨਾਂ ਸਾਰਿਆਂ ਦੀਆਂ ਫਾਈਲਾਂ ਦਿੱਲੀ ਪਈਆਂ ਮੋਦੀ ਕੋਲ। ਤਾਂ ਗੱਲ ਤਾਂ ਇਹ ਹੈ ਵੀ ਇਸ ਹਮਾਮ 'ਚ ਸਾਰੇ ਨੰਗੇ ਹੈ। ਤੇ ਆਪਾਂ ਉਮੀਦ ਕਰਦੇ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਸ਼ਾਇਦ ਇਹਦੇ ਵਿੱਚੋਂ ਕੁਝ ਚੰਗਾ ਕਰੂਗੀ, ਭਗਵੰਤ ਮਾਨ ਵਰਗੇ ਬੰਦੇ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਰਨਗੇ। ਪਰ ਭਗਵੰਤ ਮਾਨ ਦੀ ਕਮਜ਼ੋਰੀ ਇੱਕ ਮੰਤਰੀ ਮੰਡਲ ਤੋਂ ਦਿਖਾਈ ਦਿੰਦੀ ਹੈ। ਇੱਕ ਬੰਦਾ ਵੀ ਜਿਹੜਾ ਹੈਗਾ ਉਹਦੇ ਕੰਸਰਨ ਨਹੀਂ ਹੈਗਾ, ਸਾਰਾ ਕੁਝ ਦਿੱਲੀੋਂ ਆਇਆ। ਕੋਈ ਫੈਸਲਾ ਜਿਹੜਾ ਅੱਜ ਤੱਕ ਭਗਵੰਤ ਮਾਨ ਦਾ ਦਿਖਾਈ ਦਿੰਦਾ ਪੰਜਾਬ ਦੇ ਉੱਤੇ, ਇੱਥੇ ਰੇਤੇ ਦਾ ਸੀਗਾ ਕੰਮ, ਉਹਦੇ 'ਤੇ ਕੋਈ ਫੈਸਲਾ ਨਹੀਂ ਲਿਆ। ਬੱਸਾਂ ਦੀ ਸਾਰੀ ਪ੍ਰਾਈਵੇਟੇਸ਼ਨ, ਸਾਰੇ ਇਹਨਾਂ ਪੁਰਾਣੇ ਰਵਾਇਤੀ ਪਾਰਟੀਆਂ ਦੇ ਮਾਲਕ ਨੇ ਇਹ। ਬਿਜਲੀ ਤੇ ਇਹਨਾਂ ਨੇ ਸਾਰਾ ਪ੍ਰਾਈਵੇਟ ਕੀਤਾ ਹੋਇਆ। ਕਿਹੜੀ ਚੀਜ਼ ਹੈਗੀ ਜਿਹੜੀ ਇਹਨਾਂ ਨੇ ਛੱਡੀ ਹੋਈ ਹੈ ਪੰਜਾਬ ਦੀ, ਜਿਹੜੀ ਕਿ ਉਹ ਮਤਲਬ ਨਾ ਕਬਜ਼ਾ ਉੱਤੇ ਕੀਤਾ ਹੋਵੇ? ਸਾਰਾ ਪੈਸੇ ਦਾ ਫਲੋ ਜਿਹੜਾ ਹੈਗਾ ਇਹਨਾਂ ਦੇ ਘਰਾਂ 'ਚ ਜਾਂਦਾ, ਤੇ ਸਟੇਟ ਨੇ ਤਾਂ ਕਰਜ਼ੇ ਵਿੱਚ ਜਾਣਾ ਹੀ ਹੈ।
ਜਿਹੜਾ 3 ਲੱਖ ਆਪਾਂ ਕਰਦੇ ਹਾਂ 4 ਲੱਖ ਤੋਂ ਟੱਪ ਗਿਆ ਤੇ ਜਿਹਦੀਆਂ ਸਹੀ ਫਿਗਰਸ ਕੱਢੀਏ ਤਾਂ 5 ਲੱਖ ਦੇ ਨੇੜੇ ਚਲਾ ਜਾ ਰਿਹਾ। ਪੀਕੇ ਨਿਊਜ਼ 24 ਦੇ ਲਈ ਚੰਡੀਗੜ੍ਹ ਤੋਂ ਸੋਨੂ ਛਾਂਸਲਾ ਦੀ ਰਿਪੋਰਟ।